ਵਾਹਿਗੁਰੂ 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 ਤੁਧ ਡਿਠੇ ਸੱਚੇ ਪਾਤਸ਼ਾਹ, 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 ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ ਐ, 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 ਮਲ ਜਨਮ ਜਨਮ ਦੀ ਕੱਟੀ ਐ। ਤੁਧ ਡਿਠੇ ਸੱਚੇ ਪਾਤਸ਼ਾਹ, ਤੁਧ ਡਿਠੇ ਸੱਚੇ ਪਾਤਸ਼ਾਹ, ਤੁਧ ਡਿਠੇ ਸੱਚੇ ਪਾਤਸ਼ਾਹ, ਤੁਧ ਡਿਠੇ ਸੱਚੇ ਪਾਤਸ਼ਾਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਵਾਹਿਗੁਰੂ ਜੀ। ਸੁਕਾ ਹਟਾਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ, ਦਰਸ਼ਨ ਪਰਸੇ, ਗੁਰੂ ਕੈ ਜਨਮ ਮਰਨ ਸੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਪਹਿਲਾ। ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੇ ਵਹੀਲਾ। ਨਾ ਸਰਵਰ ਨਾ ਉਚਲੇ, ਐਸਾ ਪੰਥ ਸੁਹੇਲਾ। ਤੇਰਾ ਏਕੋ ਨਾਮ ਮਜੀਠੜ, ਰਤਾ ਮੇਰਾ ਚੋਲਾ। ਸਦ ਰੰਗ ਢੋਲਾ ਰਹਾ, ਸਾਜਨ ਚੱਲੇ ਪਿਆਰਿਆ। ਕਿਉ ਮੇਲਾ ਹੋਈ, ਜੇ ਗੁਣ ਹੋਵੇ ਗੰਢੜੀਏ। ਮੇਲੇ ਦਾ
सोई, मिलिया होए न विछुड़, जे मिलिया होई आवा गौण निवारिया, है साचा सोई हऊँ मैं मार निवारिया। सीता है चोला गुर वचने फल पाया, सह के अमृत बोला नानक कह सहेली हो, साहो खरा प्यारा। हम सह के रिया दासियाँ, साचा खसम हमारा, नानक कह सहेली हो, साहो खरा प्यारा। हम सह के रिया दासियाँ, साचा खसम हमारा। जुग जुग अटल चवर छतर, तखत दे मालक धन धन, श्री गुरु ग्रंथ साहिब जी महाराज। सतगुरु पातशाह जी दे पावन पवित्र हजूरी अंदर सुभाएमान गुरु की अति प्यारी अति सन्मान योग साध संगत जियो। वाहेगुरु जी का खालसा, वाहेगुरु जी की फतेह। लहणे दी फेर आई है, नानका दोही खट्टी है, जोत ओहा जुगत साए। सहकाया फेर पलटी है, झुल्लै सो छत निरंजनी। मल तख्त बैठा गुर हट्टी है, करहे जे गुर फरमाया। सिल जोग अलूणी चट्टी है, फेर वसाया फेर आण। सतगुर खाडूर, जप तप संजम नाल तुद, होर मुछ गुरूर। बैठ खडूरे जोत जगाई, किते मत्ते दी सरां नांगे दी सरां। जिला मुक्तसर साहिब दे विच होण दूसरे गुरुदेव पिता धन श्री गुरु अंगद देव साहिब जी महाराज जी का प्रकाश होया। जोत ओहा ओही जोत गुरु नानक साहिब जी दी सिख धर्म दे अंदर जोत कोई है और जुगत भी कोई है। एक जोत 10 जामिया विच वरती। सिख धर्म दे अंदर इको ही जोत 10 जामिया विच वरती। फिर ओही जोत जुगो जुग अटल धन श्री गुरु ग्रंथ साहिब महाराज जी दे विच साहिबां ने रख दिती।
ਅਸਥਾਪਨ ਕਰ ਦਿੱਤੀ। ਤਾਂ ਤੇ ਜੋਤ ਉਹੀ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਫਿਰ ਮੱਤੇ ਦੀ ਸਰਾਂ ਆਪ ਦਾ ਪ੍ਰਕਾਸ਼ ਹੋਣਾ, ਕੁਝ ਸਮਾਂ ਇੱਥੇ ਰੁਕਣਾ, ਫਿਰ ਬਲੋਚਾਂ ਦੀ ਧਾੜ ਦਾ ਆਉਣਾ, ਮੱਤੇ ਦੀ ਸਰਾਂ ਢਹਿ ਢੇਰੀ ਕਰ ਦੇਣੀ। ਫਿਰ ਇੱਥੋਂ ਆਪ ਜੀ ਖਡੂਰ ਦੇ ਵਿੱਚ ਆਪ ਦਾ ਆਉਣਾ ਹੋਣਾ, ਔਰ ਖਡੂਰ ਤੋਂ ਹੀ ਨੇ ਧੰਨ ਮਾਤਾ ਖੀਵੀ ਜੀ ਜੋ ਆਪ ਜੀ ਨਾਲ ਵਿਆਹੇ ਹੋਏ ਨੇ ਦੂਸਰੇ ਪਾਤਸ਼ਾਹ ਜੀ ਨਾਲ। ਫਿਰ ਕਿਵੇਂ ਪਿਤਾ ਪੁਰਖੀ ਕਿਰਤ ਦੁਕਾਨਦਾਰੀ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਨਾਮ ਹੈ ਪਹਿਲਾ ਭਾਈ ਲਹਿਣਾ ਜੀ, ਕੇਵਲ ਲਹਿਣਾ ਜੀ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਦੋਂ ਪੁੱਜੇ ਤਾਂ ਉਦੋਂ ਭਾਈ ਲਹਿਣਾ ਜੀ, ਪਹਿਲਾਂ ਕੇਵਲ ਲਹਿਣਾ ਜੀ, ਫਿਰ ਸਾਹਿਬ ਸੱਚੇ ਪਾਤਸ਼ਾਹ ਜੀ। ਕਿਵੇਂ ਜੋ ਪਿਤਾ ਜੀ ਚਾਲੀ ਚੱਲਦੇ ਸਨ ਉਹੀ ਚਾਲ ਆਪ ਨੇ ਚੱਲੀ। ਜਵਾਲਾ ਜੀ ਦੇ ਦਰਸ਼ਨ ਕਰਨ ਲਈ ਸੰਗਤਾਂ ਦੇ ਮੁਖੀਏ ਹੋ ਗਏ। ਪਿਤਾ ਦੀ ਤਰ੍ਹਾਂ ਆਪ ਵੀ ਚੱਲਦੇ ਰਹੇ ਵਰ੍ਹਿਆਂ ਤੱਕ, ਔਰ ਇੱਕ ਖਾਸ ਕਿਸਮ ਦਾ ਪੁਸ਼ਾਕਾ। ਜਦੋਂ ਆਪ ਜਵਾਲਾ ਜੀ ਦੇ ਦਰਸ਼ਨ ਕਰਨ ਜਾਂਦੇ ਤੇ ਉਦੋਂ ਮੁਖੀਏ ਦੀ ਪੁਸ਼ਾਕ ਲਾਲ ਰੰਗ ਦੇ ਬਸਤਰ, ਪੈਰਾਂ ਵਿੱਚ ਘੁੰਗਰੂ। ਸਿਲਸਿਲਾ ਜਾਰੀ ਰਿਹਾ। ਖਡੂਰ ਸਾਹਿਬ ਦੀ ਧਰਤੀ ਇੱਕ ਗੁਰੂ ਨਾਨਕ ਸਾਹਿਬ ਦਾ ਸਿੱਖ ਭਾਈ ਜੋਧ ਜੀ ਅੰਮ੍ਰਿਤ ਵੇਲੇ ਆਪ ਦੇ ਘਰ ਦੇ ਕੋਲੋਂ ਦੀ ਜਦੋਂ ਲੰਘਦੇ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਜਾਂਦੇ। ਇਤਨੀ ਮਿੱਠੀ ਬਾਣੀ ਲੱਗੀ ਗੁਰੂ ਅੰਗਦ ਸਾਹਿਬ ਜੀ ਨੂੰ। ਭਾਈ ਜੋਧ ਨੂੰ ਰੋਕ ਲਿਆ, ਕਹਿਣ ਲੱਗੇ, ਜੋਧ ਆ ਕੀ ਪੜ੍ਹਦਾ ਜਾਂਦਾ ਹੁੰਦਾ ਤੂੰ ਰੋਜ਼? ਕਹਿਣ ਲੱਗੇ, ਲਹਿਣਾ ਜੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਮੇਰੇ ਗੁਰੂ ਦੀ ਇਹ ਬਾਣੀ ਹੈ, ਇਹ ਰੋਜ਼ ਪੜ੍ਹਦਾ ਜਾਂਦਾ ਹੁੰਦਾ। ਨੇਮ ਹੈ ਗੁਰੂ ਨੇ ਮੈਨੂੰ ਬਖਸ਼ਿਆ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹਿਆ ਕਰ, ਅੰਮ੍ਰਿਤ ਵੇਲੇ ਵੀ ਔਰ ਅੱਠੇ ਪਹਿਰ ਵੀ ਉਹੀ ਪੜ੍ਹਦਾ ਜਾਂਦਾ ਹੁੰਦਾ। ਕਹਿਣ ਲੱਗੇ, ਫਿਰ ਇਹ ਬਾਣੀ ਮੈਨੂੰ ਸੁਣਾਇਆ ਕਰ। ਕੰਠ ਹੋਈ ਆਪ ਜੀ ਨੂੰ ਬਾਣੀ। ਪੁੱਛਿਆ, ਜੋਤ ਤੇਰੇ ਗੁਰੂ ਨਾਨਕ ਤਪਾ ਜੀ ਕਿੱਥੇ ਰਹਿੰਦੇ ਨੇ? ਆਖਿਆ, ਜੀ ਉਹ ਕਰਤਾਰਪੁਰ ਸਾਹਿਬ ਵਿੱਚ ਹੁਣ ਟਿਕੇ ਹੋਏ ਨੇ। ਬੜਾ ਭ੍ਰਮਣ ਕੀਤਾ ਉਹਨਾਂ ਸਾਰੀ ਦੁਨੀਆ ਦਾ, ਪਰ ਹੁਣ ਤੇ ਖੇਤੀਬਾੜੀ ਕਰਵਾ ਰਹੇ ਨੇ ਕਰਤਾਰਪੁਰ ਸਾਹਿਬ 'ਚ ਟਿਕ ਕੇ। ਕਹਿਣ ਲੱਗੇ, ਠੀਕ ਹੈ, ਜੀ ਕਰਦਾ ਜਿਸ ਗੁਰੂ ਦੇ ਬੋਲ ਇਤਨੇ ਮਿੱਠੜੇ ਨੇ ਉਸ ਗੁਰੂ ਦੇ ਦੀਦਾਰੇ ਮੈਂ ਵੀ ਕਰਾਂ। ਫਿਰ ਉਹ ਸਮਾਂ ਆਇਆ ਜਵਾਲਾ ਜੀ ਦੇ ਦਰਸ਼ਨਾਂ ਦੇ ਚਾਲੇ ਦਾ। ਆਪ ਨੇ ਆਪਣੇ ਸੰਗੀਆਂ ਨਾਲ ਸਲਾਹ ਕੀਤੀ ਵੀ ਜੇ ਤੁਹਾਡੀ ਆਗਿਆ ਹੋਵੇ ਇਸ ਦਫਾ ਆਪਾਂ ਰਾਹ ਬਦਲ ਦਈਏ, ਇੱਕ ਦੀ ਥਾਂ ਤੇ ਦੋ ਦੇ ਦਰਸ਼ਨ ਹੋਣਗੇ। ਪਹਿਲਾਂ ਆਪਾਂ ਨਾਨਕ ਤਪਾ ਜੀ ਦੇ ਦਰਸ਼ਨ ਕਰਾਂਗੇ ਕਰਤਾਰਪੁਰ ਸਾਹਿਬ, ਫਿਰ ਜਵਾਲਾ ਜੀ ਦੇ ਦਰਸ਼ਨ। ਸਤਸੰਗੀ ਕਹਿਣ ਲੱਗੇ, ਠੀਕ ਹੈ ਜੀ, ਲੈਣਾ ਜੀ ਜਿਵੇਂ ਤੁਹਾਨੂੰ ਮਨਜ਼ੂਰ ਹੈ ਤਿਵੇਂ ਸਾਨੂੰ ਮਨਜ਼ੂਰ। ਸਮਾਂ ਆਇਆ, ਖਡੂਰ ਤੋਂ ਚਾਲਾ ਚੱਲਿਆ। ਆਪ ਜੀ ਘੋੜੀ ਦੇ ਉੱਪਰ ਸਵਾਰ ਹੋਏ, ਔਰ ਉਸ ਸਮੇਂ ਆਪ ਦੀ ਉਮਰ ਜਿਹੜੀ ਹੈ ਭਰਪੂਰ ਜਵਾਨੀ ਹੈ।
ਸਾਹਿਬ ਸੱਚੇ ਪਾਤਸ਼ਾਹ ਚਲਦੇ ਚਲਦੇ ਆਪਣੇ ਸੰਗੀਆਂ ਨਾਲ ਕਰਤਾਰਪੁਰ ਸਾਹਿਬੋਂ ਸਾਹਮਣੇ ਨਜ਼ਰ ਆ ਰਹੀ ਹੈ ਗੁਰੂ ਕੀ ਧਰਮਸਾਲ। ਸੰਗੀਆਂ ਨੂੰ ਕਹਿਣ ਲੱਗੇ ਰੁਕੋ, ਪਹਿਲਾਂ ਮੈਂ ਜਾਣਾ ਨਾਨਕ ਤਪਾ ਜੀ ਦੇ ਦਰਸ਼ਨ ਕਰਦਾ, ਫਿਰ ਤੁਸੀਂ ਦਰਸ਼ਨ ਕਰਨੇ। ਕਹਿੰਦੇ ਸਤ ਬਚਨ। ਘੋੜੀ 'ਤੇ ਅਸਵਾਰ ਹੋ ਕੇ ਧਰਮਸਾਲ ਦੇ ਰਾਹ ਜਦੋਂ ਪਏ ਤਾਂ ਅੰਤਰਜਾਮੀ ਗੁਰੂ ਨਾਨਕ ਸਾਹਿਬ ਆਪਣੇ ਤਖਤ ਤੋਂ ਉੱਠ ਕੇ ਖਲੋ ਗਏ, ਚੱਲ ਪਏ ਅੱਗੇ ਵੱਲ ਨੂੰ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਬਈ ਮੋਹੇ ਰਾਜ ਕੋ ਧਨੀ ਆਵੇ, ਮੇਰੇ ਰਾਜ ਦਾ ਮਾਲਕ ਆ ਰਿਹਾ ਹੈ, ਜਿਹਨੇ ਇੱਕ ਦਿਨ ਇਸੇ ਤਖਤ ਦੇ ਉੱਪਰ ਸੁਭਾਏਮਾਨ ਹੋਣਾ ਹੈ। ਅੱਧ ਵਿਚਕਾਰ ਜਾ ਕੇ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਖਲੋ ਜਾਂਦੇ ਨੇ। ਭਾਈ ਲਹਿਣਾ ਜੀ ਘੋੜੀ 'ਤੇ ਅਸਵਾਰ ਆ ਰਹੇ ਨੇ, ਤੱਕਿਆ ਇੱਕ ਬਾਬਾ ਖਲੋਤਾ ਹੈ। ਕਹਿਣ ਲੱਗੇ ਬਾਬਾ ਗੁਰੂ ਨਾਨਕ ਤਪਾ ਜੀ ਕਿੱਥੇ ਰਹਿੰਦੇ ਨੇ? ਮਹਾਰਾਜ ਜੀ ਕਹਿੰਦੇ ਆ ਜਾ, ਤੈਨੂੰ ਨਾਨਕ ਤਪਾ ਜੀ ਤੱਕ ਪਹੁੰਚਾ ਦਿੰਦੇ ਆ। ਸਾਹਿਬਾਂ ਨੇ ਘੋੜੀ ਦੀਆਂ ਲਗਾਮਾਂ ਪਕੜੀਆਂ। ਭਾਈ ਲਹਿਣਾ ਜੀ ਘੋੜੀ 'ਤੇ ਅਸਵਾਰ ਧਰਮਸਾਲ ਵਿੱਚ ਪਹੁੰਚੇ ਗੁਰੂ ਨਾਨਕ ਸਾਹਿਬ ਆਪ ਜੀ ਨੂੰ ਲੈ ਕੇ, ਤੇ ਇੱਕ ਬਚਨ ਕੀਤਾ ਜੋ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਇਹ ਸਾਰਾ ਪ੍ਰਸੰਗ ਅੰਕਿਤ ਕੀਤਾ ਹੈ। ਮਹਾਰਾਜ ਨੇ ਪਹਿਲਾ ਸ਼ਬਦ ਵਰਤਿਆ ਆਪ ਜੀ ਲਈ, ਪੁਰਖਾ ਬੜਵਾ ਪਰਤੇ ਅਬ ਉਤਰੀਜੈ। ਇਹ ਪੁਰਖਾ, ਵੜਵਾ ਕਹਿੰਦੇ ਨੇ ਘੋੜੀ ਨੂੰ, ਘੋੜੀ ਤੋਂ ਥੱਲੇ ਉਤਰ ਆਓ। ਹੁਣ ਇਸ ਕਿੱਲੇ ਦੇ ਨਾਲ ਘੋੜੀ ਨੂੰ ਬੰਨ੍ਹ ਦਿਓ। ਆਹ ਜਿਹੜਾ ਦਰਵਾਜ਼ਾ ਹੈ ਛੋਟਾ, ਇਹਦੇ ਵਿੱਚ ਦੀ ਅੰਦਰ ਜਾਣਾ। ਸਾਹਮਣੇ ਤੁਹਾਨੂੰ ਗੁਰੂ ਨਾਨਕ ਤਪਾ ਜੀ ਦੇ ਦਰਸ਼ਨ ਹੋਣਗੇ। ਸਤ ਬਚਨ ਜੀ। ਭਾਈ ਲਹਿਣਾ ਜੀ ਘੋੜੀ ਬੰਨ੍ਹਣ ਲੱਗ ਗਏ। ਗੁਰੂ ਨਾਨਕ ਸਾਹਿਬ ਵੱਡੇ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋ ਕੇ ਆਪਣੇ ਤਖਤ 'ਤੇ ਸੁਭਾਏਮਾਨ ਹੋ ਗਏ ਜਾ ਕੇ। ਇਤਨੇ ਨੂੰ ਭਾਈ ਲਹਿਣਾ ਜੀ ਨੇ ਘੋੜੀ ਬੰਨ੍ਹੀ, ਅੰਦਰ ਆਉਂਦੇ ਨੇ, ਦਰਵਾਜ਼ਾ ਨਿੱਕਾ, ਆਪ ਦਾ ਸੀਸ ਝੁਕਿਆ, ਸਾਹਮਣੇ ਤੱਕਿਆ, ਕੋਈ ਬੈਠੇ ਨੇ ਔਰ ਉਹਨਾਂ ਦੇ ਕੇਵਲ ਚਰਨ ਨਜ਼ਰ ਆਏ। ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਜਦੋਂ ਗਏ ਤੇ ਚਰਨਾਂ 'ਤੇ ਸੀਸ ਰੱਖ ਦਿੱਤਾ। ਕਹਿਣ ਲੱਗੇ ਸ਼ਰਨ ਸ਼ਰਨ ਸ਼ਰਨ। ਜਦੋਂ ਤਾਂ ਸੀਸ ਚੁੱਕਿਆ, ਹੈਰਾਨੀ ਦੀ ਹੱਦ ਨਾ ਰਹੀ। ਇਹ ਕੋਈ ਹੋਰ ਨਹੀਂ, ਇਹ ਤੇ ਉਹੀ ਬਜ਼ੁਰਗ ਬਾਬਾ ਏ ਜੋ ਘੋੜੀ ਦੀਆਂ ਲਗਾਮਾਂ ਪਕੜ ਕੇ ਮੈਨੂੰ ਇੱਥੇ ਤੱਕ ਲੈ ਕੇ ਆਇਆ। ਮਨ ਹੀ ਮਨ ਝੂਰਨ ਲੱਗ ਗਏ। ਭਾਈ ਲਹਿਣਾ ਜੀ, ਮੈਂ ਕਿਤਨਾ ਅਭਾਗਾ ਹਾਂ ਜਿਸ ਗੁਰੂ ਨਾਨਕ ਜੀ ਦੇ ਦਰਸ਼ਨ ਕਰਨ ਦਾ ਹੀਆ ਮੈਂ ਮਨ ਵਿੱਚ ਕੀਤਾ ਔਰ ਲਾਲਸਾ ਲੈ ਕੇ ਜਿਸ ਗੁਰੂ ਦੇ ਦਿਦਾਰਿਆਂ ਦੀ ਇੱਧਰ ਆਇਆ ਸਾਂ, ਉਸ ਗੁਰੂ ਨੇ ਤੇ ਮੇਰੀ ਘੋੜੀ ਦੀਆਂ ਲਗਾਮਾਂ ਪਕੜੀਆਂ ਤੇ ਮੈਂ ਘੋੜੀ 'ਤੇ ਚੜ੍ਹਿਆ ਰਿਹਾ। ਇਹ ਤੇ ਬਹੁਤ ਭਾਰੀ ਅਵੱਗਿਆ ਹੋ ਗਈ ਮੈਥੋਂ। ਅੰਤਰਜਾਮੀ ਗੁਰੂ ਨਾਨਕ ਸਾਹਿਬ ਜਾਣ ਗਏ, ਦਿਲ ਦੀ ਬੁੱਝ ਲਈ। ਕਹਿਣ ਲੱਗੇ ਪੁਰਖਾ ਕੀ ਸੋਚਦਾ? ਆਖਿਆ ਮਹਾਰਾਜ ਬਖਸ਼ੋ। ਸਾਹਿਬ ਕਹਿੰਦੇ ਕੀ ਹੋਇਆ ਲਹਿਣਾ ਜੀ? ਆਖਿਆ ਜੀ ਮੈਂ ਘੋੜੀ 'ਤੇ ਅਸਵਾਰ ਔਰ ਤੁਸੀਂ ਬਾਗਾਂ ਪਕੜ ਕੇ ਲੈ ਕੇ ਆਏ ਮੇਰੀ ਘੋੜੀ ਦੀਆਂ। ਇਹ ਤੇ ਬਹੁਤ ਭਾਰੀ ਅਵੱਗਿਆ ਹੋਈ, ਤੌਹੀਨ ਹੋ ਗਈ।
साहिब कहन लगे पुरखा क्या नाम है तुम्हारा? आख्या जी लहणा। तो महाराज कहते फिर झूरन की तो लोड़ कोई नहीं, लहणा तुहाडा नाम है। तो जिहड़े लहणेदार हुंदे ने ना वो घोड़ियां ते चढ़ के ही आउंदे ने। भाई लहणा जी तुसी लहणे हो ते असां तुहाडा कुछ देना है। गल बन गई। कई दफ़ा वस्तु देण वाला तैयार है पर वस्तु लैण वाला तैयार नहीं। कई दफ़ा वस्तु लैण वाला तैयार है तो वस्तु देण वाला तैयार नहीं। इत्थे दोवें मिल गए। हिस्टोरीअनस इतिहासकारां दे मुताबिक गुरु नानक साहिब जी 3 करोड़ बंदियां नूं मिले। 3 करोड़ नूं लाइट प्रकाश ज्ञान दा गुरु नानक साहिब ने दिता चारे उदासियां दे दौरान। ये तो एक अंदाज़ा है पर गिणती हो ही नहीं सकती जिन्नियां नूं गुरु नानक साहिब ने तारिया ते तार रहे ने। केवल एक अनुमान है इतिहासकारां दा बई 3 करोड़ बंदियां तक गुरु नानक साहिब गए, उन्हां नूं सत दा राह विखाया। पर इतिहासकार कहंदे जिवें भाई लहणा जी मिले गुरु नानक साहिब नूं 3 करोड़ चों कोई नहीं मिले, केवल भाई लहणा जी जिमें मिले गुरु नानक साहिब नूं। महाराज कहते झूरन की लोड़ नहीं। वेख घोड़ी दियां बागां तेरियां पकड़ियां, तैनूं गुरु नानक दे घर तक ले आया। पुरखा जिहड़ा मुरशद हुंदा है जदों तक मुरीद दी मन रूपी घोड़ी दियां बागां ना पकड़े तां फिर मुरीद जिहड़ा है वो मुरशद दे घर तक आ ही नहीं सकदा। झूरन की लोड़ नहीं। कुछ समय तो बाद गुरु नानक साहिब महाराज कहन लगे पुरखा जानो जेहे थल माही तुसीं किते चले सो शायद, ते जिहड़ी जगह ते तुसां जाना सी जाओगे या नहीं? तुसां ते घुंगरू खोल दिते, घुंगरू तोड़ दिते ने, जो तुसां स्वरूप धारण किया ये क्या बात है? ते भाई लहणा जी का उत्थे उत्तर है गुरु नानक प्रकाश विच ये प्रसंग है। कवि संतोख सिंह जी लिखते ने भाई लहणा जी ने दोवें हथ जोड़े गुरु नानक साहिब के चरणों विच कहन लगे महाराज एक अर्ज करा। साहिब कहन लगे कहो। आख्या सतगुरु जी गुरु नानक साहिब जी कोई व्यक्ति घरों निकले माखियों की तलाश विच, शहद की भाल विच, रस्ते विच उस व्यक्ति नूं अमृत का कुंट प्राप्त हो जाए, फिर उन्हें शहद तो की लैना है, उन्हें माखियों तो की लैना है। जिन्हों आबे हयात का कुंट प्राप्त हो जाए रस्ते विच अमृत का, उन्हें माखियों तो क्या लैना है, शहद तो क्या लैना है। महाराज तुहाडे दर्शन तुहाडा मिलना एक अमृत का कुंट है मेरे लिए। बस हुण लैना तुहाडे दर जोगा ही हो गया, हुण लैणे ने किते नहीं जाना। साहिब कहन लगे लहणा जी वो बेचारे उड़ीकदे होणगे, बहुत चिर हो गया तुहानू इत्थे आया नूं, वो तो उदास हो गए होणगे। चलो घट्टो घट उन्होंने जाके कहते आओ बई तुसां जाना है कि नहीं जाना। आख्या सत बचन महाराज। भाई लहणा जी उत्थों आए
ਜਿੱਥੇ ਸੰਗੀ ਖਲੋਤੇ ਸਨ। ਕਹਿਣ ਲੱਗੇ ਲਹਿਣਾ ਜੀ ਚਲੋ, ਜਲਦੀ ਚਲੋ, ਬੜੀ ਦੇਰੀ ਕਰ ਦਿੱਤੀ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਲਹਿਣਾ ਜੀ ਨੇ ਦੋਵੇਂ ਹੱਥ ਜੋੜੇ ਉਹਨਾਂ ਸੰਗੀਆਂ ਦੇ ਅੱਗੇ ਔਰ ਦੋ ਬੋਲ ਕਹੇ, ਅਬ ਸਭ ਸੋਂ ਰਾਮ ਰਾਮ ਹੈ ਮੇਰੀ। ਕਹਿਣ ਲੱਗੇ ਹੁਣ ਤੁਹਾਡੇ ਨਾਲ ਮੇਰੀ ਰਾਮ ਰਾਮ ਹੋ ਗਈ, ਬਸ ਤੁਹਾਨੂੰ ਤੁਹਾਡਾ ਰਾਹ ਮੁਬਾਰਕ। ਮੈਨੂੰ ਜੋ ਕੁਝ ਚਾਹੀਦਾ ਸੀ ਲੱਭ ਗਿਆ। ਮੈਂ ਤੇ ਸਮਝਿਆ ਸੀ ਬਈ ਕਰਤਾਰਪੁਰ ਦੇ ਵਿੱਚ ਕੇਵਲ ਨਾਨਕ ਤਪਾ ਰਹਿੰਦੇ ਨੇ, ਪਰ ਇੱਥੇ ਆ ਕੇ ਪਤਾ ਚੱਲਾ ਕਰਤਾਰਪੁਰ ਦੇ ਵਿੱਚ ਤੇ ਖੁਦੇ ਕਰਤਾਰ ਵਸਦਾ। ਇੱਥੇ ਕਰਤਾਰਪੁਰ ਵਿੱਚ ਖੁਦ ਹੀ ਕਰਤੇ ਦਾ ਵਾਸਾ ਹੈ। ਇਹ ਤੇ ਮੈਨੂੰ ਗੁਰੂ ਨਾਨਕ ਦੇ ਦਰਸ਼ਨਾਂ 'ਚੋਂ ਗਿਆਨ ਪ੍ਰਾਪਤ ਹੋਇਆ। ਇਸ ਲਈ ਅਬ ਸਭ ਸੋਂ ਰਾਮ ਰਾਮ ਹੈ ਮੇਰੀ। ਹੁਣ ਮੇਰੀ ਰਾਮ ਰਾਮ ਹੈ ਤੁਹਾਡੇ ਨਾਲ। ਤੁਹਾਨੂੰ ਤੁਹਾਡਾ ਰਾਹ ਮੁਬਾਰਕ, ਜਾਓ, ਮੈਨੂੰ ਮੇਰੀ ਮੰਜ਼ਿਲ ਮਿਲ ਗਈ। ਪਰ ਇੱਕ ਮੈਂ ਬੇਨਤੀ ਕਰਦਾ ਤੁਹਾਨੂੰ, ਤੁਸੀਂ ਜਾਓ, ਮੈਂ ਨਹੀਂ ਰੋਕਦਾ ਕਿਉਂਕਿ ਮੈਂ ਖੁਦ ਜਾਂਦਾ ਰਿਹਾ। ਜਦੋਂ ਤੁਸੀਂ ਦਰਸ਼ਨ ਕਰਕੇ ਆਓ ਤੇ ਇੱਕ ਵਾਰੀ ਮੇਰੇ ਕਹਿਣ ਤੇ ਅਗਰ ਤੁਸੀਂ ਗੁਰੂ ਨਾਨਕ ਦੀ ਸੰਗਤ ਕਰ ਲਓਗੇ ਤੇ ਗੁਰੂ ਨਾਨਕ ਜੋਗੇ ਹੀ ਹੋ ਜਾਓਗੇ, ਜਿਵੇਂ ਮੈਂ ਗੁਰੂ ਨਾਨਕ ਜੋਗਾ ਹੀ ਹੋ ਗਿਆ। ਉਹ ਕਹਿਣ ਲੱਗੇ ਸਤ ਬਚਨ ਜਿਵੇਂ ਤੁਹਾਡੀ ਮਰਜ਼ੀ ਤਿਵੇਂ ਹੀ ਹੈ। ਚਲੇ ਗਏ, ਆਪ ਵਾਪਸ ਆਏ, ਸਾਹਿਬਾਂ ਦੇ ਚਰਨਾਂ ਵਿੱਚ ਬਹਿ ਗਏ। ਨੀਵੀਂ ਪਾਈ ਹੋਈ ਗੁਰੂ ਨਾਨਕ ਜੀ ਦੇ ਪਾਵਨ ਚਰਨਾਂ 'ਤੇ ਸੀਸ ਰੱਖਿਆ ਹੋਇਆ ਔਰ ਅੰਦਰ ਕੁਝ ਸੋਚ ਰਹੇ ਨੇ ਭਾਈ ਲਹਿਣਾ ਜੀ ਸਾਹਿਬ, ਗੁਰੂ ਅੰਗਦ ਦੇ ਮਹਾਰਾਜ। ਬਈ ਜੇ ਗੁਰੂ ਨਾਨਕ ਸਾਹਿਬ ਮੈਨੂੰ ਇੱਕ ਵਾਰੀ ਆਗਿਆ ਦੇ ਦੇਣ, ਮੈਂ ਘਰੇ ਜਾਵਾਂ ਵਾਪਸ ਖਡੂਰ ਸਾਹਿਬ ਔਰ ਪਰਿਵਾਰ ਨੂੰ ਜਾ ਕੇ ਸੁਨੇਹਾ ਦੇ ਦਾਂ ਬਈ ਹੁਣ ਲਹਿਣਾ ਤੁਹਾਡੇ ਜੋਗਾ ਨਹੀਂ, ਹੁਣ ਤੇ ਲਹਿਣਾ ਗੁਰੂ ਨਾਨਕ ਜੋਗਾ ਹੀ ਹੋ ਗਿਆ। ਇੱਕ ਵਾਰੀ ਸੁਨੇਹਾ ਦੇਣਾ ਚਾਹੁੰਦਾ। ਅੰਤਰਜਾਮੀ ਗੁਰੂ ਨੇ ਬੁੱਝ ਲਈ ਬਾਤ। ਮਹਾਰਾਜ ਕਹਿਣ ਲੱਗੇ ਲਹਿਣਾ ਜੀ। ਆਖਿਆ ਹਾਂ ਮਹਾਰਾਜ। ਸਤਿਗੁਰੂ ਕਹਿੰਦੇ ਫਿਰ ਇੰਝ ਕਰੋ, ਪਰਿਵਾਰ ਨੂੰ ਦੱਸ ਆਓ। ਹੁਣ ਜੇ ਤੁਸੀਂ ਜਾਣਾ ਹੀ ਨਹੀਂ ਕਿਤੇ, ਇੱਥੋਂ ਇੱਥੇ ਹੀ ਰਹਿਣਾ ਸਾਡੇ ਪਾਸ, ਤੇ ਘੱਟੋ ਘੱਟ ਪਰਿਵਾਰ ਨੂੰ ਤੇ ਖਬਰ ਹੋਵੇ ਨਾ, ਉਹ ਫਿਕਰ ਕਰਨਗੇ। ਆਖਿਆ ਜੀ ਸਤ ਬਚਨ ਮਹਾਰਾਜ। ਮਹਾਰਾਜ ਮੈਂ ਉੱਥੇ ਬਹੁਤਾ ਸਮਾਂ ਨਹੀਂ ਰੁਕਣਾ, ਤੁਹਾਡੇ ਨਾਲ ਵਾਅਦਾ ਕਰਦਾ ਇੱਕ ਰਾਤ ਰੁਕੂੰ ਕੇਵਲ, ਦਿਨ ਚੜ੍ਹਦੇ ਨੂੰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵਾਂਗਾ। ਸਾਹਿਬ ਕਹਿੰਦੇ ਜਿਵੇਂ ਤੁਹਾਨੂੰ ਪਾਉਂਦਾ ਹੈ ਤੇ ਮੈਂ ਕਰਨਾ। ਮਹਾਰਾਜ ਨੂੰ ਨਤਮਸਤਕ ਹੋਏ। ਭਾਈ ਲਹਿਣਾ ਜੀ ਸਾਹਿਬ ਜਦੋਂ ਖਡੂਰ ਪਹੁੰਚੇ, ਪਿੰਡ ਦੇ ਲੋਕ ਬੜੇ ਹੈਰਾਨ ਬਈ ਘੁੰਗਰੂ ਲਾਏ ਹੋਏ ਨੇ, ਇਕੱਲੇ ਹੀ ਨੇ, ਨਾਲ ਕੋਈ ਨਹੀਂ, ਇਹ ਕਿਆ ਹੋ ਗਿਆ। ਕਈ ਕਹਿਣ ਲੱਗੇ ਲਹਿਣਾ ਜੀ ਬਾਕੀ ਕਿੱਥੇ? ਕਹਿੰਦੇ ਉਹਨਾਂ ਜਿੱਥੇ ਜਾਣਾ ਸੀ ਉਹ ਚਲੇ ਗਏ, ਮੈਂ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਿਆ, ਬਸ ਹੋਰ ਕੁਝ ਨਹੀਂ। ਮਹਾਰਾਜ ਨੇ ਸ਼ਬਦ ਵਰਤੇ। ਪਰਿਵਾਰ ਦੇ ਲੋਕ ਪੁੱਛਦੇ ਨੇ ਇਹ ਦੱਸੋ ਜੀ ਕੀ ਹੋਇਆ? ਕਹਿਣ ਲੱਗੇ ਬੁਲਾਓ ਨਾ। ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਵਿੱਚ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਜਦੋਂ ਆਪ ਖਡੂਰ ਪਹੁੰਚੇ ਨੇ ਤੇ ਐਸਾ ਵੈਰਾਗ ਆਪ ਦੇ ਮਨ ਵਿੱਚ, ਸਾਰੀ ਰਾਤ ਸੁੱਤੇ ਨਹੀਂ ਆਪ ਭਾਈ ਲਹਿਣਾ ਜੀ। ਤੇ ਦਿਨ ਚੜ੍ਹਦੇ ਨੂੰ ਚਲੇ ਜਾਣਾ। ਅੰਮ੍ਰਿਤ ਵੇਲਾ ਹੋਇਆ। ਘਰ ਦੇ ਵਿੱਚ ਆਪ ਜੀ ਜੋ ਕੁਝ ਸੀ ਹੱਟੀ ਸੀ, ਤੇ ਭਾਈ ਲਹਿਣਾ ਜੀ ਨੇ ਮਣ ਸਵਾ ਮਣ ਲੂਣ ਦੀ ਪੰਡ ਬੱਧੀ, ਸਵਾ ਮਣ ਲੂਣ
ਕਿਉਂਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਉਹਨਾਂ ਸਮਿਆਂ ਵਿੱਚ ਇਤਿਹਾਸਕਾਰਾਂ ਦੇ ਮੁਤਾਬਕ 20,000 ਤੋਂ ਵੱਧ ਸੰਗਤਾਂ ਰੋਜ਼ਾਨਾ ਆਉਂਦੀਆਂ ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਦੀਆਂ। 20,000 ਤੋਂ ਵੱਧ ਉਹਨਾਂ ਸਮਿਆਂ ਵਿੱਚ ਰੋਜ਼ ਸੰਗਤ ਆਉਂਦੀ ਕਰਤਾਰਪੁਰ ਸਾਹਿਬ, ਅਤੇ ਗੁਰੂ ਕਾ ਲੰਗਰ ਵੱਡੇ ਪੱਧਰ 'ਤੇ ਚੱਲਦਾ। ਇਸ ਲਈ ਆਪ ਨੇ ਸੋਚਿਆ ਵੀ ਲੂਣ ਦੀ ਲੋੜ ਹੈ। 1.25 ਮਣ ਲੂਣ ਦੀ ਪੰਡ ਬੱਧੀ ਅਤੇ ਮਹਾਰਾਜ ਦਾ ਭਾਣਜਾ ਘਰੇ ਆਇਆ ਹੋਇਆ ਸੀ। ਕਹਿਣ ਲੱਗਾ, ਮਾਮਾ ਜੀ ਇਹ ਕੀ? ਉੱਤਰ ਨਹੀਂ ਦਿੱਤਾ। ਕਹਿਣ ਲੱਗੇ, ਭਾਣਜਾ ਪੰਡ ਚੁਕਾ ਮੇਰੇ ਸੀਸ ਉੱਪਰ। ਉਹ ਕਹਿਣ ਲੱਗਿਆ, ਮਾਮਾ ਜੀ ਮੈਂ ਭਾਣਜਾ, ਤੁਸੀਂ ਮੇਰੇ ਮਾਮਾ ਜੀ, ਅਤੇ ਭਾਣਜੇ ਦੇ ਹੁੰਦੇ ਮਾਮਾ ਪੰਡ ਚੁੱਕੇ ਸ਼ੋਭਦੀ ਨਹੀਂ। ਕਹਿਣ ਲੱਗੇ, ਗੱਲ ਸੁਣ, ਅਗਰ ਤੈਨੂੰ ਕੋਈ ਕੀਮਤੀ ਸ਼ੈ ਲੱਭ ਪਵੇ ਤੂੰ ਕਿਸੇ ਨੂੰ ਦੇਵੇਂਗਾ? ਕਹਿੰਦਾ ਬਿਲਕੁਲ ਨਹੀਂ। ਕਹਿੰਦੇ ਮੈਨੂੰ ਕੀਮਤੀ ਰਤਨ ਲੱਭ ਗਿਆ, ਇਹ ਸੇਵਾ ਮੈਂ ਤੈਨੂੰ ਕਿਵੇਂ ਦੇ ਦੇਵਾਂ? ਇਹ ਸੇਵਾ ਤੇ ਮੈਂ ਖੁਦ ਕਰਨੀ ਹੈ ਭਾਣਜਾ, ਤੂੰ ਕੇਵਲ ਮੇਰਾ ਬਚਨ ਮੰਨ, ਪੰਡ ਚੁਕਾ। 7 ਬਚਨ ਜੀ। ਪੰਡ ਸੀਸ 'ਤੇ ਚੁੱਕੀ 1.25 ਮਣ ਲੂਣ ਦੀ। ਭਾਈ ਲਹਿਣਾ ਜੀ ਸਾਹਿਬ, ਗੁਰੂ ਅੰਗਦ ਦੇ ਮਹਾਰਾਜ ਸਾਹਿਬ ਖਡੂਰ ਤੋਂ ਚੱਲੇ, ਕਰਤਾਰਪੁਰ ਸਾਹਿਬ ਪਹੁੰਚੇ। ਸਾਹਮਣੇ ਧੰਨ ਮਾਤਾ ਸੁਲੱਖਣੀ ਜੀ ਖਲੋਤੇ ਨੇ। ਕੀ ਤੱਕਦੇ ਨੇ? ਨੌਜਵਾਨ ਹੈ, ਚਿੱਟੇ ਕੀਮਤੀ ਵਸਤਰ ਪਹਿਨੇ ਹੋਏ ਨੇ, ਸਿਰ ਦੇ ਉੱਪਰ ਪੰਡ ਚੁੱਕੀ ਹੈ। ਇੱਕ ਬਚਨ ਕੀਤਾ ਆਪ ਜੀ ਨੇ। ਕਹਿਣ ਲੱਗੇ, ਮਾਈ ਜੀ, ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼, ਕਹਿਣ ਲੱਗੇ, ਮਾਈ ਜੀ ਇਹ ਦੱਸੋ ਪੰਡ ਕਿੱਥੇ ਰੱਖਣੀ ਹੈ? ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਇੱਧਰ ਰੱਖ ਦਿਓ। ਪੰਡ ਸੀਸ ਤੋਂ ਉਤਾਰੀ, ਕਹਿੰਦੇ ਜੀ ਲੂਣ ਹੈ ਗੁਰੂ ਕੇ ਲੰਗਰਾਂ ਲਈ। ਮਾਈ ਜੀ ਗੁਰੂ ਨਾਨਕ ਸਾਹਿਬ ਕਿੱਥੇ ਨੇ? ਮਾਤਾ ਸੁਲੱਖਣੀ ਜੀ ਕਹਿੰਦੇ, ਆਓ ਵੇਖ ਸਾਹਮਣੇ। ਉਧਰ ਗੁਰੂ ਨਾਨਕ ਸਾਹਿਬ ਝੋਨੇ 'ਚੋਂ ਨਦੀਨ ਪੁਟਾ ਰਹੇ ਨੇ। ਦੌੜ ਪਏ ਭਾਈ ਲਹਿਣਾ ਜੀ, ਜਾ ਕੇ ਮਹਾਰਾਜ ਦੇ ਚਰਨਾਂ 'ਤੇ ਡਿੱਗ ਪਏ, ਡੰਡੌਤ ਕੀਤੀ। ਸਾਹਿਬ ਕਿੰਨੇ ਥਾਪੜਾ ਦਿੱਤਾ। ਕਹਿੰਦੇ, ਪੁਰਖਾ ਆ ਗਏ ਹੋ? ਆਖਿਆ, ਹਾਂ ਮਹਾਰਾਜ। ਗੁਰੂ ਕਹਿੰਦੇ, ਬਹਿ ਜਾਓ। ਭਾਈ ਲਹਿਣਾ ਜੀ ਨੇ ਤੱਕਿਆ ਵੀ ਸਾਰੇ ਸਿੱਖ, ਸਾਰੀਆਂ ਸੰਗਤਾਂ ਸੇਵਾ ਵਿੱਚ ਜੁਟੀਆਂ ਨੇ, ਨਦੀਨ ਪੁੱਟ ਰਹੀਆਂ ਨੇ। ਕਹਿਣ ਲੱਗੇ, ਮਹਾਰਾਜ ਮੈਨੂੰ ਵੀ ਸੇਵਾ ਬਖਸ਼ੋ। ਗੁਰੂ ਨਾਨਕ ਸਾਹਿਬ ਕਹਿੰਦੇ, ਅਜੇ ਹੋਣੀ ਨਹੀਂ, ਦੇਵਾਂਗੇ ਸੇਵਾ ਦਾ ਮੌਕਾ, ਬਹੁਤ ਕਰਨੀ ਹੈ ਤੁਸਾਂ ਸੇਵਾ, ਅੱਜ ਦਾ ਦਿਨ ਰੁਕੋ। ਕੁਝ ਸਮੇਂ ਬਾਅਦ ਫਿਰ ਬੇਨਤੀ ਕੀਤੀ, ਸਾਹਿਬ ਜੀ ਮੈਨੂੰ ਵੀ ਸੇਵਾ ਬਖਸ਼ੋ। ਮਹਾਰਾਜ ਕਹਿੰਦੇ, ਚੰਗਾ ਜਾਓ ਕਰ ਲਓ। ਗਏ। ਹੁਣ ਨਦੀਨ ਦੀ ਥਾਂ ਧਾਨ ਦੇ ਬੂਟੇ ਪੁੱਟੀ ਜਾਣ ਭਾਈ ਲਹਿਣਾ ਜੀ ਸਾਹਿਬ। ਮਹਾਰਾਜ ਦੀ ਦ੍ਰਿਸ਼ਟੀ ਪਈ। ਕਹਿਣ ਲੱਗੇ, ਪੁਰਖਾ ਆ ਜਾ, ਤੈਨੂੰ ਕਿਹਾ ਸੀ ਨਾ ਅਜੇ ਨਹੀਂ, ਸੇਵਾ ਬਹੁਤ ਬਖਸ਼ਣੀ ਹੈ ਤੈਨੂੰ, ਤੁਸਾਂ ਹੀ ਕਰਨੀ ਹੈ ਸੇਵਾ। ਆਖਿਆ, 7 ਬਚਨ ਮਹਾਰਾਜ। ਮਹਾਰਾਜ ਕਹਿੰਦੇ, ਜੇ ਸੇਵਾ ਹੀ ਕਰਨੀ ਹੈ ਫਿਰ ਇੱਕ ਕਰੋ, ਆ ਸੰਗਤਾਂ ਨੇ ਜਿਹੜਾ ਨਦੀਨ ਬਾਹਰ ਕੱਢਿਆ ਇਹਦੀ ਪੰਡ ਬੰਨੋ, ਧਰਮਸ਼ਾਲ ਵਿੱਚ ਲੈ ਜਾਓ। ਆਖਿਆ ਜੀ 7 ਬਚਨ। ਪੰਡ ਬੰਨੀ ਨਦੀਨ ਦੀ, ਚਿੱਕੜ ਉਹਦੇ 'ਚੋਂ ਨੁੱਚੜੇ, ਸੀਸ 'ਤੇ ਪੰਡ ਰੱਖੀ, ਆਪ ਦੇ ਸਾਰੇ ਵਸਤਰ ਚਿੱਕੜ ਨਾਲ ਗੱਚ ਹੋ ਗਏ। ਉਧਰ ਮਾਤਾ ਸੁਲੱਖਣੀ ਜੀ ਧਰਮਸਾਲ ਵਿੱਚ ਨੇ। ਜਦੋਂ ਪੰਡ ਚੁੱਕ ਕੇ ਭਾਈ ਲਹਿਣਾ ਜੀ ਗਏ ਤੇ ਮਾਤਾ ਜੀ ਵਿਚਾਰਨ ਲੱਗੇ ਵੀ ਗੁਰੂ ਨਾਨਕ ਸਾਹਿਬ ਦੀ ਵੀ ਖੇਡ ਨਿਰਾਲੀ ਹੈ ਮੇਰੇ ਸੁਆਮੀ ਸਤਿਗੁਰਾਂ ਦੀ। ਇਹ ਨੌਜਵਾਨ ਅਮੀਰ ਘਰ ਦਾ ਜਾਪਦਾ, ਚਿੱਟੇ ਦੇ ਵਸਤਰ ਸਨ। ਜਦੋਂ ਆਇਆ ਸੀ ਤੇ ਚਿੱਕੜ ਨਾਲ ਗੱਚ ਹੋ ਕੇ ਪੰਡ ਚਕਾਤੀ, ਇਹਨੂੰ ਨੁੱਚੜ ਦੀ ਚਿੱਕੜ ਦੀ। ਕੋਈ ਨਾ,
ਸ਼ਾਮ ਨੂੰ ਗੱਲ ਕਰਾਂਗੀ। ਮਹਾਰਾਜ ਸਾਹਿਬ ਆਏ ਸੰਗਤਾਂ ਦੇ ਨਾਲ, ਕਹਿਣ ਲੱਗੇ ਪਾਤਸ਼ਾਹ ਘੱਟੋ ਘੱਟ ਵੇਖਦੇ ਲਿਆ ਕਰੋ, ਤਕੜੇ ਘਰ ਦਾ ਅਮੀਰ ਘਰ ਦਾ ਨੌਜਵਾਨ ਜਾਪਦਾ ਜਿਹੜਾ ਆਇਆ ਲੈਣਾ, ਤੇ ਤੁਸਾਂ ਇਹਨੂੰ ਪਹਿਲੇ ਦਿਨ ਚਿੱਕੜ ਦੇ ਨਾਲ ਗੱਚ ਕਰਤਾ। ਮਹਾਰਾਜ ਕਹਿੰਦੇ ਚਿੱਕੜ ਕਿੱਥੇ ਹੈ? ਸੁਲੱਖਣੀ ਕੋਲ ਹੋ ਕੇ ਦੇਖੋ, ਚਿੱਕੜ ਨਹੀਂ, ਕੇਸਰ ਦੇ ਛਿੱਟੇ ਨੇ। ਇਤਿਹਾਸ ਗਵਾਹ ਮਾਤਾ ਸੁਲੱਖਣੀ ਜੀ ਨੇ ਜਦੋਂ ਭਾਈ ਲਹਿਣਾ ਜੀ ਦੇ ਕੋਲ ਹੋ ਕੇ ਤੱਕਣਾ ਕੀਤਾ, ਕੇਸਰ ਦੇ ਛਿੱਟੇ ਜਾਪੇ, ਚਿੱਕੜ ਕੋਈ ਨਹੀਂ। ਸਾਹਿਬ ਕਹਿਣ ਲੱਗੇ ਪੰਡ ਚਿੱਕੜ ਦੀ ਨਾ ਨਾ ਨਾ, ਸੁਲੱਖਣੀ ਨਾ, ਚਿੱਕੜ ਦੀ ਪੰਡ ਥੋੜੀ ਰੱਖਣੀ ਹੈ। ਇਸ ਨੌਜਵਾਨ ਦੇ ਸਿਰ ਦੇ ਉੱਪਰ ਇੱਥੇ ਦੀਨ ਦੁਨੀਆ ਦਾ ਛਤਰ ਝੁਲਾ ਦਿੱਤਾ ਹੈ, ਰਮਜ਼ ਮਾਰ ਦਿੱਤੀ। ਸਮਝਣ ਵਾਲੇ ਸਮਝ ਗਏ। ਫਿਰ ਭਾਈ ਲਹਿਣਾ ਜੀ ਸਾਹਿਬ ਕਿਵੇਂ ਦਿਨ ਰਾਤ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ ਤਤਪਰ ਨੇ। ਸੰਗਤ ਆਉਂਦੀ ਹੈ, 3 ਦਿਨਾਂ ਤੋਂ ਲੰਗਰ ਨਹੀਂ ਤਿਆਰ ਹੋ ਰਿਹਾ, ਮੀਂਹ ਬਹੁਤ ਹੈ, ਲੱਕੜਾਂ ਗਿੱਲੀਆਂ ਨੇ। ਮਹਾਰਾਜ ਕਹਿਣ ਲੱਗੇ ਪੁੱਤਰੋ, ਸੰਗਤ ਬਹੁਤ ਦੂਰ ਦਰੇਡੇ ਤੋਂ ਆਈ ਹੈ, 3 ਦਿਨ ਹੋ ਗਏ ਕੁਝ ਨਹੀਂ ਛਕਿਆ ਸੰਗਤਾਂ ਨੇ। ਆ ਕਿੱਕਰ ਨੂੰ ਝੂਣੋ, ਇਹਦੇ ਟਾਣੇ ਨੂੰ ਪਕਵਾਨ ਗਿਰਨਗੇ, ਮਠਿਆਈਆਂ ਗਿਰਨਗੀਆਂ, ਸੰਗਤਾਂ ਤ੍ਰਿਪਤ ਹੋਣਗੀਆਂ ਛਕ ਕੇ। ਪੁੱਤਰ ਕਹਿਣ ਲੱਗੇ ਮਹਾਰਾਜ ਬਾਬਾ ਲਖਮੀ ਦਾਸ ਜੀ, ਧੰਨ ਬਾਬਾ ਸ੍ਰੀ ਚੰਦ ਜੀ, ਪਿਤਾ ਜੀ ਇਹ ਅਣਹੋਣੀਆਂ ਜੀਆਂ ਗੱਲਾਂ ਨੇ। ਅੱਜ ਤੱਕ ਨਾ ਕਿਸੇ ਨੇ ਕਿੱਕਰਾਂ ਤੋਂ ਮਠਿਆਈਆਂ ਝਾੜੀਆਂ ਨਾ ਚੜਵਾਈਆਂ, ਤੁਹਾਡੀ ਤੇ ਖੇੜੇ ਨਿਰਾਲੀ ਹੈ। ਮਹਾਰਾਜ ਕਹਿੰਦੇ ਪੁਰਖਾ ਲਹਿਣਾ ਆਖਿਆ ਹਾਂ ਮਹਾਰਾਜ, ਤੁਸੀਂ ਉਹ ਕਿੱਕਰ ਦਾ ਟਾਣਾ ਜਿਹੜਾ ਹੈ ਇਹਨੂੰ ਝੂਣੋ ਹਿਲਾਓ, 7 ਬਚਨ ਜੀ। ਭਾਈ ਲਹਿਣਾ ਜੀ ਜਦੋਂ ਜਾਣ ਲੱਗੇ, ਬਾਬਾ ਸ੍ਰੀ ਚੰਦ ਜੀ ਹੋਰਾਂ ਨੇ ਰੋਕ ਲਏ। ਕਹਿਣ ਲੱਗੇ ਲਹਿਣਾ ਜੀ ਕੁਝ ਸੋਚੋ, ਕੁਝ ਵਿਚਾਰੋ, ਇਹ ਥੋੜ੍ਹੀ ਵੀ ਜੋ ਬਾਪੂ ਜੀ ਨੇ ਕਹਿ ਦਿੱਤਾ 7 ਬਚਨ, ਤੁਸੀਂ ਆਪਣੇ ਦਿਮਾਗ ਨਾਲ ਸੋਚੋ। ਕਦੇ ਦਰਖਤਾਂ ਨੂੰ ਮਠਿਆਈਆਂ ਲੱਗੀਆਂ ਸੁਣੀਆਂ ਅੱਜ ਤੋਂ ਪਹਿਲਾਂ? ਕੀ ਮਠਿਆਈਆਂ ਲੱਗ ਸਕਦੀਆਂ ਨੇ? ਭਾਈ ਲਹਿਣਾ ਜੀ ਦੇ ਦੋਵੇਂ ਹੱਥ ਜੁੜ ਗਏ। ਕਹਿਣ ਲੱਗੇ ਗੁਰੂ ਕੇ ਨੰਦਨੋ, ਗੁਰੂ ਕੇ ਪੁੱਤਰੋ, ਮੈਨੂੰ ਨਹੀਂ ਪਤਾ ਬਈ ਦਰਖਤਾਂ ਨੂੰ ਮਠਿਆਈਆਂ ਲੱਗੀਆਂ ਸੀ, ਲੱਗਦੀਆਂ ਨੇ, ਲੱਗਣਗੀਆਂ ਨਾ, ਮੈਨੂੰ ਕੋਈ ਗਿਆਨ ਨਹੀਂ। ਮੈਂ ਮੁਰੀਦ ਹਾਂ, ਮੁਰਸ਼ਦ ਨੇ ਮੇਰੇ, ਗੁਰੂ ਨਾਨਕ ਸਾਹਿਬ ਮੇਰੇ ਸਤਿਗੁਰੂ ਨੇ, ਮੈਂ ਉਹਨਾਂ ਦਾ ਸੇਵਕ ਹਾਂ, ਸਿੱਖ ਹਾਂ, ਅਤੇ ਸਿੱਖ ਦਾ ਧਰਮ ਹੈ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨ ਲੈਣਾ। ਅੱਗੇ ਗੁਰੂ ਨਾਨਕ ਜਾਣਨ, ਮਠਿਆਈਆਂ ਮੈਂ ਥੋੜ੍ਹੀ ਲਾਉਣੀਆਂ ਨੇ, ਗੁਰੂ ਨਾਨਕ ਨੇ ਲਾਉਣੀਆਂ ਨੇ, ਮੈਂ ਤਾਂ ਕੇਵਲ ਜ਼ਰੀਆ ਹਾਂ। ਗੁਰੂ ਕਹਿੰਦੇ ਟਾਹਣਾ ਹਿਲਾਓ, ਆਪਾਂ ਟਾਹਣਾ ਹਿਲਾਉਣ ਚੱਲੇ ਹਾਂ, ਮੈਨੂੰ ਨਾ ਰੋਕੋ। ਮਹਾਰਾਜ ਕਹਿੰਦੇ ਚਾਦਰ ਵਿਛਾ ਲਓ ਥੱਲੇ, ਚਾਦਰਾਂ। ਜਦੋਂ ਭਾਈ ਲਹਿਣਾ ਜੀ ਸਾਹਿਬ ਨੇ ਟਾਹਣਾ ਹਿਲਾਇਆ, ਇਤਿਹਾਸ ਗਵਾਹ, ਉਹਦੇ 'ਚੋਂ ਜਲੇਬੀਆਂ, ਲੱਡੂ, ਖੁਰਮੇ, ਪਕਵਾਨ, ਕਚੌਰੀਆਂ, ਪੂਰੀਆਂ ਸਭ ਥੱਲੇ ਆਈਆਂ। ਇਤਿਹਾਸ ਗਵਾਹ ਹੈ। ਸਭ ਕਹਿ ਉੱਠੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਐਨ ਰੱਜ ਕੇ ਖਾਧੀਆਂ ਮਠਿਆਈਆਂ, ਉਹ ਸਾਰੇ ਪਕਵਾਨ ਤਮਾਮ ਸੰਗਤਾਂ ਨੇ। ਸੰਗਤ ਹੈਰਾਨ, ਭਾਈ ਲਹਿਣਾ ਜੀ ਬੜੇ ਪ੍ਰਸੰਨ ਨੇ। ਫਿਰ ਮਹਾਰਾਜ ਨੇ ਚੋਜ ਵਰਤਾਇਆ। ਇੱਕ ਦਿਨ ਚਿੱਕੜ ਦੇ ਵਿੱਚ ਬਾਟਾ ਸੁੱਟ ਦਿੱਤਾ। ਕਹਿਣ ਲੱਗੇ ਪੁੱਤਰੋ, ਚਿੱਕੜ ਵਿੱਚ ਬਾਟਾ ਗਿਰ ਪਿਆ, ਸਾਡਾ ਚੁੱਕ ਲਿਆਓ। ਪੁੱਤਰਾਂ ਦਾ ਉੱਤਰ ਹੈ, ਪਿਤਾ ਸਤਿਗੁਰੂ ਬਾਟਿਆਂ ਦਾ ਘਟ ਹੈ,
ਹੋਰ ਬੜੇ ਨੇ। ਮਹਾਰਾਜ ਕਹਿੰਦੇ ਲਹਿਣਾ। ਆਖਿਆ ਹਾਂ ਮਹਾਰਾਜ। ਜਾਓ ਚਿੱਕੜ ਵਿੱਚੋਂ ਬਾਟਾ ਲਿਆਓ। ਅਜੇ ਬਚਨ ਪੂਰਾ ਨਹੀਂ ਸੀ ਹੋਇਆ, ਚਿੱਕੜ ਵਿੱਚ ਛਾਲ ਮਾਰ ਦਿੱਤੀ, ਬਾਟਾ ਕੱਢ ਕੇ ਲਿਆਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੇਖਿਆ ਤੁਸਾਂ ਸੁਲੱਖਣੀ ਜੀ, ਵੇਖਿਆ ਇਹ ਅੰਤਰ ਹੈ ਪੁੱਤਰਾਂ ਵਿੱਚ ਤੇ ਲਹਿਣੇ ਦੇ ਵਿੱਚ। ਜਿਹੜਾ ਅੱਜ ਚਿੱਕੜ ਦੇ ਵਿੱਚ ਪਿਆ ਹੋਇਆ ਬਾਟਾ ਚੁੱਕਣ ਲੱਗਿਆ, ਇਹ ਸੋਚਦਾ ਵੀ ਸਾਡੇ ਬਸਤਰ ਮੈਲੇ ਹੋਣਗੇ। ਆ ਸੰਸਾਰ ਵੀ ਤੇ ਚਿੱਕੜ ਹੈ, ਸੰਸਾਰ ਦੇ ਵਿੱਚ ਮੋਹ ਮਾਇਆ ਦਾ ਚਿੱਕੜ ਹੈ। ਇਹਦੇ ਵਿੱਚੋਂ ਕਿਵੇਂ ਕੋਈ ਕੱਢੇਗਾ ਗਿਰੇ ਹੋਏ ਜੀਵਾਂ ਨੂੰ, ਜਿਹਨੂੰ ਇਹ ਫਿਕਰ ਹੋਵੇ ਵੀ ਮੇਰੇ ਬਸਤਰ ਖਰਾਬ ਹੋ ਜਾਣਗੇ। ਵੇਖਿਆ ਤੁਸਾਂ ਲਹਿਣੇ ਦੀ ਕਰਨੀ ਨੂੰ। ਆਖਿਆ ਹਾਂ ਸੁਆਮੀ ਸਤਿਗੁਰੂ। ਮਨ ਦੇ ਸ਼ੰਕੇ ਨਿਵਰਤ ਹੋ ਗਏ। ਅੱਜ ਫਿਰ ਧਰਮਸਾਲ ਦੇ ਵਿੱਚ ਮਰੀ ਹੋਈ ਇੱਕ ਚੂਹੀ ਪਈ ਸੀ। ਮਹਾਰਾਜ ਕਹਿੰਦੇ ਪੁੱਤਰੋ ਚੂਹੀ ਮਰ ਗਈ, ਇਹਨੂੰ ਚੁੱਕ ਕੇ ਬਾਹਰ ਸੁੱਟੋ। ਤੇ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਪੁੱਤਰਾਂ ਨੇ ਕਿਹਾ ਪਿਤਾ ਜੀ ਜਾਦੂ ਦੀ ਚੂਹੀ ਬਣਾ ਦਿੱਤੀ ਹੋਣੀ ਹੈ, ਤੁਸਾਂ ਕੋਈ ਕਲਾ ਵਰਤਾ ਦਿੰਦੇ ਹੋ ਕੋਈ ਨਾ ਕੋਈ, ਤੇ ਇਹ ਵੀ ਤੁਹਾਡਾ ਕੋਈ ਕੌਤਕ ਹੈ, ਤਮਾਸ਼ਾ ਹੈ। ਮਹਾਰਾਜ ਕਹਿੰਦੇ ਪੁੱਤਰੋ ਬਚਨ ਮੰਨੋ, ਮਰੀ ਹੋਈ ਚੂਹੀ ਚੰਗੀ ਨਹੀਂ ਲੱਗਦੀ, ਚੁੱਕ ਕੇ ਬਾਹਰ ਸੁੱਟ ਦੋ ਧਰਮਸਾਲ ਚੋਂ। ਇਨਕਾਰੀ ਹੋ ਗਏ ਪੁੱਤਰ। ਮਹਾਰਾਜ ਕਹਿੰਦੇ ਲਹਿਣਾ ਜੀ। ਆਖਿਆ ਹਾਂ ਮਹਾਰਾਜ ਜੀ। ਸਤਿਗੁਰੂ ਕਹਿੰਦੇ ਸੇਵਾ ਤੁਸੀਂਓ ਕਰ ਦਿਓ। ਲਓ ਪਾਤਸ਼ਾਹ ਉਸੇ ਵਕਤ ਚੂਹੀ ਨੂੰ ਚੁੱਕਿਆ ਬਾਹਰ ਦੂਰ ਧਰਮਸਾਲ ਤੋਂ ਗੇਰ ਕੇ ਆ ਗਏ। ਅੱਧੀ ਰਾਤ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਵੇਖੋ ਪਹਿਰ ਰਾਤ ਬਾਕੀ ਹੈ। ਕੋਲ ਹੋਰ ਵੀ ਸੇਵਕ ਨੇ, ਬਾਬਾ ਬੁੱਢਾ ਜੀ ਸਾਹਿਬ ਨੇ, ਹੋਰ ਨੇ। ਕਹਿੰਦੇ ਨਹੀਂ ਮਹਾਰਾਜ ਅੱਧੀ ਰਾਤ ਬਾਕੀ ਹੈ। ਲਹਿਣਿਆ ਵੇਖ ਪਹਿਰ ਰਾਤ ਰਹਿ ਗਈ। ਭਾਈ ਲਹਿਣਾ ਜੀ ਨੇ ਅੱਖਾਂ ਮਲਦੇ ਹੋਏ ਬਾਹਰ ਗਏ, ਤਾਰੇ ਤੱਕੇ, ਸੋਚਣ ਲੱਗੇ ਵੀ ਬਾਬਾ ਬੁੱਢਾ ਸਾਹਿਬ ਵੀ ਸਹੀ ਨੇ, ਬਾਕੀ ਸੇਵਕ ਵੀ ਸਹੀ ਨੇ, ਤੇ ਰਾਤ ਤੇ ਅਜੇ ਅੱਧੀ ਹੈ। ਮਹਾਰਾਜ ਕਹਿੰਦੇ ਪਹਿਰ ਰਾਤ ਬਾਕੀ ਹੈ। ਆਖਿਆ ਚਲੋ ਗੁਰੂ ਦੀਆਂ ਕੋਈ ਰਮਜ਼ਾਂ ਹੋਣਗੀਆਂ। ਹਾਂ ਲੈਣਾ ਦੱਸੋ। ਆਖਿਆ ਮਹਾਰਾਜ ਬੇਨਤੀ ਕਰਨੀ ਹੈ। ਸਾਹਿਬ ਕਹਿੰਦੇ ਕਰੋ ਲੈਣਾ ਜੀ। ਪਾਤਸ਼ਾਹ ਜਿੰਨੀ ਕੁ ਰਾਤ ਤੁਸਾਂ ਬਿਤਾਈ ਆਪਣੇ ਭਾਣੇ ਵਿੱਚ ਉਨੀ ਕੁ ਗੁਜ਼ਰ ਗਈ, ਤੇ ਜਿੰਨੀ ਕੁ ਤੁਸੀਂ ਬਾਕੀ ਰੱਖੀ ਹੈ ਉਨੀ ਬਾਕੀ ਹੈ। ਮਹਾਰਾਜ ਕਹਿੰਦੇ ਲੈਣਾ ਜੀ ਉਰੇ ਆਓ। ਗਲਵੱਕੜੀ ਵਿੱਚ ਲੈ ਲਿਆ। ਵਾਹ ਲੈਣਿਆ ਵਾਹ। ਸਾਹਿਬ ਜੀ ਨੇ ਕੌਤਕ ਵਰਤਾਇਆ। ਅੱਧੀ ਰਾਤ ਕਹਿਣ ਲੱਗੇ ਲਹਿਣਾ ਜੀ ਧੁੱਪ ਬੜੀ ਨਿਕਲੀ ਹੋਈ ਹੈ ਬਾਹਰ, ਮੇਰੇ ਬਸਤਰ ਧੋ ਕੇ ਲਿਆਓ, ਦਰਿਆ 'ਤੇ ਜਾਓ। ਸਤ ਬਚਨ ਮਹਾਰਾਜ। ਸੇਵਕ ਕਹਿਣ ਲੱਗੇ ਲਹਿਣਾ ਜੀ ਧੁੱਪ ਕਿੱਥੇ, ਤਾਰੇ ਨਿਕਲੇ ਹੋਏ ਨੇ। ਕਹਿਣ ਲੱਗੇ ਕੋਈ ਨਾ। ਦਰਿਆ ਤੱਕ ਪਹੁੰਚਦੇ ਨੇ। ਭਾਈ ਲਹਿਣਾ ਜੀ ਕੜਾਕੇ ਦੀ ਧੁੱਪ ਨਿਕਲਦੀ ਹੈ। ਬਸਤਰ ਧੋਂਦੇ ਨੇ ਗੁਰੂ ਨਾਨਕ ਸਾਹਿਬ ਦੇ, ਸੁਕਾ ਕੇ ਲਿਆਉਂਦੇ ਨੇ ਉਸ ਧੁੱਪ ਦੇ ਵਿੱਚ। ਜਦੋਂ ਮੁੜਨ ਲੱਗਦੇ ਨੇ ਫਿਰ ਰਾਤ ਪਈ ਨਜ਼ਰ ਆਉਂਦੀ ਹੈ। ਲਓ ਮਹਾਰਾਜ ਬਸਤਰ ਧੋਤੇ ਵੀ ਗਏ, ਤੇ ਜਿਵੇਂ ਤੁਸਾਂ ਸੁਕਾਏ ਬਸਤਰ ਧੁੱਪ ਵਿੱਚ ਸੁੱਕ ਵੀ ਗਏ। ਸਹਿਬਾ ਨੇ ਗਲੇ ਨਾਲ ਲਾਇਆ, ਬੜੀਆਂ ਕਸਵੱਟੀਆਂ ਲਾਈਆਂ। ਸੱਤਾ ਤੇ ਬਲਵੰਡ ਰਾਮ ਕਲੀ ਕੀ ਵਾਰ ਦੇ ਵਿੱਚ ਗੁਰੂ ਕੀ ਬਾਣੀ ਕਰਹਿ ਜੇ ਗੁਰ ਫਰਮਾਇਆ, ਕਰਦੇ ਉਹ ਨੇ ਜੋ ਗੁਰੂ ਨੇ ਫਰਮਾਇਆ, ਜੋ ਗੁਰੂ ਨੇ ਕਿਹਾ। ਔਰ ਇਹ ਜਿਹੜੀ ਸੇਵਾ ਹੈ, ਇਹ ਜਿਹੜੀ ਘਾਲਣਾ ਹੈ, ਅਲੂਣੀ ਸਿਲ ਦਾ ਚਟਣਾ ਹੈ। ਗੁਰੂ ਕੀ ਬਾਣੀ ਕਰਹਿ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ
ਚੱਟੀ ਐ ਅਲੂਣੀ ਸਿਲ ਦਾ ਚਟਣਾ ਸੀ, ਐਸੀ ਕਠਨ ਘਾਲਣਾ। ਜੋ ਗੁਰੂ ਅੰਗਦ ਸਾਹਿਬ ਜੀ ਨੇ, ਭਾਈ ਲਹਿਣਾ ਜੀ ਨੇ ਸੇਵਾ ਦੇ ਤੌਰ 'ਤੇ ਕਰਨੀ ਕੀਤੀ। ਅਖੀਰਲੀ ਕਸਵੱਟੀ ਮਹਾਰਾਜ ਸਾਹਿਬ ਜੀ ਦੇ ਕੋਲ ਜਿਹੜਾ ਸਿੱਖ ਆਉਂਦਾ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਤੂੰ ਕੌਣ ਹੈ? ਮੈਂ ਜੀ ਤੁਹਾਡਾ ਸੇਵਕ। ਮਹਾਰਾਜ ਕਹਿੰਦੇ ਕੁੱਟਣਾ, ਡੰਡਾ ਰੱਖਿਆ ਹੱਥ ਵਿੱਚ, ਤਾੜ ਉਹਦੀ ਢੂਹੀ 'ਚ ਮਾਰਦੇ ਨੇ। ਗੁਰੂ ਨਾਨਕ ਸਾਹਿਬ ਕੰਬਣ ਲੱਗੇ ਲੋਕ, ਇਹ ਕੀ ਹੋ ਗਿਆ ਗੁਰੂ ਨਾਨਕ ਸਾਹਿਬ ਨੂੰ? ਮਹਾਰਾਜ ਕਹਿੰਦੇ ਕੁੱਤੇ ਅਤੇ ਕੁੱਤੀਆਂ ਲਿਆਓ। ਕੁਝ ਕੁੱਤੇ ਅਤੇ ਕੁੱਤੀਆਂ ਲਿਆਂਦੀਆਂ ਗਈਆਂ। ਗੁਰੂ ਕਹਿੰਦੇ ਅੱਗੇ ਤੋਰੋ ਇਹਨਾਂ ਨੂੰ। ਲੱਕ ਵਿੱਚ ਮਹਾਰਾਜ ਜੀ ਨੇ ਛੁਰਾ ਰੱਖ ਲਿਆ ਇੱਕ। ਧਾਨਕ ਰੂਪ ਰਹਾ ਕਰਤਾਰ, ਏਕ ਸੁਆਨ ਦੋਏ ਸੁਆਨੀ ਨਾਲ। ਐਸਾ ਜਦੋਂ ਭਿਆਨਕ ਭੇਖ ਬਣਾਇਆ, ਲੋਕੀ ਕੰਬਣ ਵੀ। ਗੁਰੂ ਨਾਨਕ ਸਾਹਿਬ ਨੂੰ ਕੀ ਹੋਇਆ? ਮਹਾਰਾਜ ਚੱਲਦੇ ਚੱਲਦੇ ਰਸਤੇ ਵਿੱਚ ਕਿਤੇ ਰੁਪਈਆਂ ਦਾ ਮੀਂਹ ਵਰਸਾਉਂਦੇ ਨੇ। ਲੈ ਜਾਓ, ਚੁੱਕ ਲਓ, ਜਿਹਨੂੰ ਲੋੜ ਹੈ। ਉਹ ਮੇਰੇ ਵਰਗੇ ਰੁਪਈਏ ਇਕੱਠੇ ਕਰਨ 'ਤੇ ਲੱਗ ਗਏ ਉੱਥੇ। ਕੁਝ ਇੱਥੇ ਹੀ ਰੁਕ ਗਏ, ਅੱਗੇ ਗਏ ਮੋਹਰਾਂ ਵਿਛਾ ਦਿੱਤੀਆਂ, ਲੈ ਜਾਓ। ਕੁਝ ਮੋਹਰਾਂ ਚੁੱਕ ਕੇ ਵਾਪਸ ਮੁੜ ਆਏ। ਕੇਵਲ ਰਹਿ ਗਏ ਨੇ ਭਾਈ ਲਹਿਣਾ ਜੀ ਸਾਹਿਬ। ਕਹਿਣ ਲੱਗੇ ਲਹਿਣਿਆ, ਔਰ ਪਿੱਛੇ ਮੁੜ ਕੇ ਵੇਖ ਕੋਈ ਨਹੀਂ ਰਿਹਾ, ਸਭ ਵਾਪਸ ਪਰਤ ਗਏ, ਤੂੰ ਕਿਉਂ ਨਹੀਂ ਗਿਆ? ਆਖਿਆ ਮਹਾਰਾਜ ਕੁਝ ਬੇਨਤੀ ਕਰਨੀ ਹੈ, ਹੁਕਮ ਹੋਵੇ ਤੇ। ਗੁਰੂ ਕਹਿਣ ਲੱਗੇ ਕਹੋ। ਆਖਿਆ ਸਤਿਗੁਰੂ, ਇਹ ਜਿੰਨੇ ਵਾਪਸ ਪਰਤੇ ਨੇ ਇਹਨਾਂ ਦੇ ਟਿਕਾਣੇ ਨੇ, ਇਹਨਾਂ ਦੇ ਘਰ ਨੇ। ਮਹਾਰਾਜ ਮੈਂ ਲੈਣੇ ਦਾ ਕੋਈ ਨਹੀਂ, ਗੁਰੂ ਨਾਨਕ ਤੋਂ ਬਿਨਾ ਮੇਰਾ ਕੋਈ ਦਰ ਨਹੀਂ, ਕੋਈ ਘਰ ਨਹੀਂ। ਇਹ ਮੇਰੇ ਸਤਿਗੁਰੂ, ਤੁਹਾਡੇ ਤੋਂ ਬਿਨਾ ਲੈਣਾ ਜਾਵੇ ਕਿੱਥੇ? ਗੁਰੂ ਨਾਨਕ ਨੂੰ ਛੱਡ ਕੇ। ਸਾਹਿਬ ਕਹਿੰਦੇ ਅੱਛਾ ਆ ਜਾ। ਫਿਰ ਅੱਗੇ ਗਏ। ਜੰਗਲ ਦੇ ਵਿੱਚ ਇੱਕ ਕੀ ਹੈ, ਮੁਰਦਾ ਪਿਆ, ਮੁਰਦਾ। ਉਹਦੀ ਪਰਿਕਰਮਾ ਲੱਗੇ ਕਰਨ ਗੁਰੂ ਨਾਨਕ ਸਾਹਿਬ। ਕਹਿਣ ਲੱਗੇ ਜੇ ਤੇਰਾ ਟਿਕਾਣਾ ਕੇਵਲ ਗੁਰੂ ਹੈ, ਐਡਾ ਤੇਰਾ ਸਿਦਕ ਹੈ, ਇਤਨਾ ਸਬਰ ਤੂੰ ਧਾਰਨ ਕੀਤਾ, ਫਿਰ ਇੱਕ ਬਚਨ ਮੰਨ। ਹੁਕਮ ਮਹਾਰਾਜ, ਆ ਮੁਰਦਾ ਖਾ। 7 ਬਚਨ ਜੀ ਲੱਗ ਗਏ ਭਾਈ ਲਹਿਣਾ ਜੀ ਪਰਿਕਰਮਾ ਕਰਨ ਮੁਰਦੇ ਦੀਆਂ। ਮਹਾਰਾਜ ਕਹਿੰਦੇ ਖਾਂਦਾ ਕਿਉਂ ਨਹੀਂ? ਆਖਿਆ ਪਾਤਸ਼ਾਹ ਇਹ ਤੇ ਦੱਸੋ ਕਿਹੜੇ ਬੰਨਿਓ ਖਾਵਾਂ? ਸਿਰ ਵਾਲੇ ਪਾਸੇ ਤੋਂ ਸ਼ੁਰੂ ਕਰਾਂ ਕਿ ਪੈਰਾਂ ਵਾਲੇ ਪਾਸੇ ਤੋਂ? ਮਹਾਰਾਜ ਕਹਿੰਦੇ ਸਿਰ ਵਾਲੇ ਬੰਨੇ ਤੋਂ। 7 ਬਚਨ ਜੀ ਜਦੋਂ ਚੱਕਦੇ ਨੇ ਉਹ ਚਾਦਰ, ਇਤਿਹਾਸਕਾਰ ਕਹਿੰਦੇ ਕੇਵਲ ਉੱਥੇ ਫੁੱਲ ਨੇ, ਕੁਝ ਨੇ ਲਿਖਿਆ ਕੜਾਹ ਪ੍ਰਸ਼ਾਦੀ ਦੇਗ। ਭਾਈ ਲਹਿਣਾ ਜੀ ਨੂੰ ਗਲਵੱਕੜੀ ਵਿੱਚ ਲਿਆ, ਲਹਿਣੇ ਤੋਂ ਅੰਗਦ ਬਣਾ ਦਿੱਤਾ, ਅੰਗ ਨਾਲ ਲਾ ਕੇ। ਕਹਿਣ ਲੱਗੇ ਬਸ ਲਹਿਣਾ ਜੀ, ਜੇ ਲਹਿਣੇ ਦਾ ਟਿਕਾਣਾ ਗੁਰੂ ਨਾਨਕ ਤੋਂ ਬਿਨਾ ਨਹੀਂ, ਤੇ ਗੁਰੂ ਨਾਨਕ ਦੀ ਜੋਤ ਦਾ ਟਿਕਾਣਾ ਵੀ ਲਹਿਣਾ ਜੀ ਤੋਂ ਬਿਨਾ ਨਹੀਂ ਹੋ ਸਕਦਾ। ਧਰਮਸ਼ਾਲ ਵਿੱਚ ਆਏ, ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਇਸ਼ਨਾਨ ਕਰਾਓ, ਪੁਸ਼ਾਕਾਂ ਪਹਿਨਾਓ ਇਹਨਾਂ ਨੂੰ, ਆਪਣਾ ਤਖਤ ਅਸੀਂ ਬਖਸ਼ਣਾ ਅਤੇ ਸੱਚਖੰਡ ਗਮਨ ਕਰਨ ਦਾ ਸਾਡਾ ਸਮਾਂ ਆ ਗਿਆ ਹੈ। ਤਖਤ ਦੇ ਉੱਪਰ ਬਿਠਾਏ ਭਾਈ ਲਹਿਣਾ ਜੀ ਸਾਹਿਬ, ਤੇ ਗੁਰੂ ਨਾਨਕ ਨੇ ਸੀਸ ਝੁਕਾ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ 'ਤੇ। ਜੋ ਤੋਹਾ ਜੁਗਤ ਸਾਏ, ਸਹਿਕਾਇਆਂ ਫੇਰ ਪਲਟੀਐ। ਬਾਬਾ ਬੁੱਢਾ ਸਾਹਿਬ ਨੂੰ ਹੁਕਮ ਹੋਇਆ ਗੁਰਿਆਈ ਦਾ ਤਿਲਕ ਦੇ ਦਿੱਤਾ ਜਾਵੇ। ਸਾਰੀਆਂ ਸੰਗਤਾਂ ਝੁਕੀਆਂ ਤੇ ਮਹਾਰਾਜ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਇੰਝ ਗੁਰਿਆਈ ਪ੍ਰਾਪਤ ਹੋਈ, ਗੁਰਤਾ ਗੱਦੀ ਪ੍ਰਾਪਤ ਹੋਈ। ਜਿਹੜਾ ਗੁਰਤਾ ਗੱਦੀ ਦਾ ਗੁਰਪੁਰਬ ਗੁਰੂ ਨਾਨਕ ਦੀਆਂ ਸੰਗਤਾਂ ਨੇ ਕੱਲ੍ਹ ਮਨਾਉਣਾ ਕੀਤਾ। ਸਮੇਂ ਦੀ ਸਮਾਪਤੀ ਜੀ।
वाहेगुरु जी का खालसा वाहेगुरु जी की फतेह।